जो कुछ करे सो आपे स्वामी, हरे आपे कार कमावे, हर आपे ही मत देवे स्वामी, हरे आपे बोध बुझावे, हरे आपे पंच तत् विस्तारा, विच धातु पंच आप पावै, जन नानक सतगुर मेले आपे, हरे आपे झगर चुकावै, हरे आपे पंच तत् विस्तारा, विच धातु पंच आप पावै, जन नानक सतगुर मिले आपे, हरे आपे झगर चुकावे। वाहिगुरु जी का खालसा, वाहिगुरु जी की फतेह। वाहिगुरु जी। दंडौत वंदन अनेक बार, सर्व कला समरथ, डोलन ते राखो प्रभु, नानक दे कर हथ, तिचर मूल न थुड़ींदो, जिचर आप कृपाल, शब्द अखुट बाबा नानका, खाए खर्च धन माल, बाणी गुरु गुरु है बाणी, बिच बाणी अमृत सारे, गुरबाणी कहे सेवक जन मानै, प्रतख गुरु निस्तारे, गुरबाणी कहे सेवक जन मानै, प्रतख गुरु निस्तारे। वाहिगुरु जी का खालसा, वाहिगुरु जी की फतेह। पतित पावन भगत वशल करुणा निधान, दसां पातशाहियां दी जोत, गुरता गद्दी ते विराजमान धन धन सतगुरु श्री गुरु ग्रंथ साहिब जी महाराज जी दी पावन पवित्र हजूरी अंदर सुभाईमान सत्कारयोग गुरु प्यारे खालसा जीओ, आप जी बहुत वड्डियां भागां वाले हो, जो सतगुरु जी की पावन हजूरी अंदर सुशोभित होके तुर्की अकाली बाणी दे नाल जुड़ रहे हो ਅਤੇ अपने इस मनुखा शरीर की सफलता के लिए यत्न कर रहे हो। अमृत वेले धन गुरु ग्रंथ साहिब जी महाराज जी की पावन पवित्र गुरबाणी का जो पावन हुक्मनामा साहब इस पवित्र अस्थान श्री गुरु तेग बहादुर साहब गुरुद्वारा साहिब जो है, जो सतगुरां ने अमृत वेले बख्शिश किया, उसकी विचार नाल अपने चित्त नूं जोड़िए। आओ इकाग्रता के सहित थोड़ा समा जितना भी है उसनूं गुरु चरनां विच लाइए। हाजरी लवाउंदे आखो सतनाम श्री वाहिगुरु साहिब जी। वाहिगुरु जी। बैराड़ी महला चौथा। बैराड़ी महला चौथा। बैराड़ी राग का नाम है। गुरु ग्रंथ साहिब जी के अंदर
ਸ਼੍ਰੀ ਰਾਗ ਮਾਝ, ਗੌੜੀ, ਆਸਾ, ਗੂਜਰੀ, ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ। ਜਿਹੜੀ ਇਹ 10ਵਾਂ ਰਾਗ, ਇਹਦਾ ਥਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 10ਵਾਂ ਹੈ। ਇਸ ਤੋਂ ਪਹਿਲਾਂ ਟੋਡੀ, ਇਸ ਤੋਂ ਬਾਅਦ ਤਿਲੰਗ ਰਾਗ ਆਰੰਭ ਹੋ ਜਾਂਦਾ ਹੈ। ਬੈਰਾੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਇਹ ਪਾਵਨ ਸ਼ਬਦ ਹੈ ਜੀ। ਹਰ ਜਨ ਰਾਮ ਨਾਮ ਗੁਣ ਗਾਵੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਆਖ ਰਹੇ ਨੇ, ਹਰ ਜਨ ਜਣੀ ਰੱਬ ਦਾ ਪਿਆਰਾ। ਗੁਰੂ ਗ੍ਰੰਥ ਸਾਹਿਬ ਵਿੱਚ ਸਿਮਰਨ ਕਰਨ ਵਾਲੇ ਗੁਰਮੁਖਾਂ ਨੂੰ ਹਰ ਜਨ, ਭਗਤ, ਸੰਤ, ਸੇਵਕ, ਦਾਸ ਇਤਿਆਦਿਕ ਵੱਖੋ ਵੱਖਰੇ ਵਿਸ਼ੇਸ਼ਣਾਂ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਅਤੇ ਉਹਨਾਂ ਗੁਰਮੁਖਾਂ ਨੂੰ ਗੁਰੂ ਸਾਹਿਬ ਨੇ ਨਾਮ ਜਪਣ ਵਾਲੇ ਵਡਭਾਗੀਆਂ ਨੂੰ ਵਡਿਆਇਆ ਹੈ। ਇੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਰ ਜਨ ਰੱਬ ਦਾ ਪਿਆਰਾ ਹੈ ਜਿਹੜਾ, ਉਹ ਕੀ ਕਰਦਾ ਜੀ, ਉਹਦੇ ਕਰਤੱਵ ਕੀ ਹਨ। ਮਹਾਰਾਜ ਕਹਿੰਦੇ, ਰਾਮ ਨਾਮ ਗੁਣ ਗਾਵੇ। ਰੱਬ ਦਾ ਪਿਆਰਾ ਪ੍ਰਭੂ ਦੇ ਗੁਣ ਗਾਉਂਦਾ ਹੈ, ਸਿਮਰਨ ਕਰਦਾ ਹੈ। ਹਰ ਕਿਸੇ ਦੀ ਰੁਚੀ ਹੁੰਦੀ ਹੈ ਕੰਮ ਵਿੱਚ। ਕਈ ਬੰਦਿਆਂ ਨੂੰ ਇਸ ਗੱਲ ਦਾ ਸ਼ੌਕ ਹੁੰਦਾ ਹੈ ਭਗਤੀ ਦਾ, ਔਰ ਉਹ ਸ਼ੌਕ ਨਾਲ ਇਹ ਕੰਮ ਕਰਦੇ ਆ। ਕਈ ਬੰਦਿਆਂ ਨੂੰ ਇਸ ਪਾਸੇ ਲਾਓ ਤੇ ਇਸ ਗੱਲ ਨੂੰ ਭਾਰ ਸਮਝਦੇ ਆ, ਔਖਾ ਸਮਝਦੇ ਹਨ। ਜਿਵੇਂ ਇੱਕ ਕਿਸੇ ਮਹਾਤਮਾ ਦਾ ਬਹੁਤ ਸੋਹਣਾ ਪ੍ਰਸੰਗ ਆਉਂਦਾ ਹੈ ਇਤਿਹਾਸ ਵਿੱਚ, ਛੱਜੂ ਨਾਂ ਦੇ ਸੰਤ ਦਾ। ਉਹ ਬੜੀ ਭਜਨ ਸਾਧਨਾ ਵਿੱਚ ਉਹਦਾ ਚਿੱਤ ਜੁੜਿਆ ਰਹਿੰਦਾ ਸੀ। ਕਈ ਲੋਕਾਂ ਨੇ ਉਹਨੂੰ ਆਖਿਆ, ਸੰਤ ਜੀ ਸਾਰਾ ਦਿਨ ਨਾਮ ਹੀ ਜਪੀ ਜਾਂਦੇ ਹੋ, ਹੋਰ ਵੀ ਕੁਝ ਕਰ ਲਿਆ ਕਰੋ। ਉਹ ਕਹਿੰਦੇ, ਭਾਈ ਇਹ ਕੋਈ ਕੰਮ, ਤੁਹਾਨੂੰ ਕੀ ਲੱਗਦਾ ਕੰਮ ਨਹੀਂ ਹੈ, ਇੰਨਾ ਹੀ ਸੌਖਾ ਪਿਆ। ਕਹਿੰਦੇ ਜੀ ਹੋਰ ਸੌਖਾ ਹੀ ਹੈ। ਸੰਤ ਜੀ ਕਹਿਣ ਲੱਗੇ, ਲਓ ਭਾਈ, ਤੁਹਾਨੂੰ ਜਿੰਨੀ ਤੁਹਾਡੀ ਦਿਹਾੜੀ ਹੈ, ਮਜ਼ਦੂਰੀ ਹੈ, ਮੈਂ ਦੇਣਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੋ ਤੇ ਭਜਨ ਕਰੋ। ਤੇ ਖਾਲਸਾ ਜੀ 2 ਘੰਟੇ ਨਹੀਂ ਹੋਇਆ, ਯਾਦ ਆਉਣ ਲੱਗ ਜਾਂਦੀ। ਕਦੇ ਕਿਧਰੇ ਮਨ ਜਾਂਦਾ ਹੈ, ਕਦੇ ਕਿਧਰੇ ਮਨ ਜਾਂਦਾ। ਮਨ ਦੀ ਸਥਿਤੀ ਹੈ, ਮਨ ਬਹੁਤ ਚੰਚਲ ਹੈ, ਇਹਦਾ ਪਹਿਰਾ ਦੇਣਾ ਪੈਂਦਾ ਹੈ ਜੀ। ਕੁਸੰਗੀ ਬੰਦਿਆਂ ਦੀ ਕਿਤੇ 5 ਮਿੰਟ ਸੰਗਤ ਹੋ ਜਾਏ, ਸਾਰੇ ਦਿਨ ਮਨ ਦੀ ਚੰਚਲਤਾ, ਮਨ ਦੇ ਜਿਹੜੇ ਖਿਆਲ ਨੇ ਨਾ, ਉਹ ਠੀਕ ਨਹੀਂ ਹੁੰਦੇ। ਐਸਾ ਵਿਗਾੜ ਆ ਜਾਂਦਾ, ਐਸਾ ਵਿਕਾਰ ਪੈ ਜਾਂਦਾ। ਤੇ ਉਹਨਾਂ ਆਖਿਆ, ਕਹਿੰਦੇ ਚੰਗਾ ਇਉਂ ਕਰੋ, ਬੈਠੋ ਫਿਰ। 2 ਘੰਟਿਆਂ ਵਿੱਚ ਹੀ ਬੱਸ ਹੋ ਗਈ। ਸੰਤ ਜੀ ਆ ਲਓ, ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਉਹ ਕਰੋ, ਤੁਹਾਨੂੰ ਇਹ ਮੁਬਾਰਕ। ਇਹ ਸ਼ੌਕ ਦਾ ਕੰਮ ਹੈ। ਗੁਰੂ ਸਾਹਿਬ ਕਹਿੰਦੇ ਇਹ ਰੱਬ ਦੇ ਪਿਆਰੇ ਹੀ ਕਰ ਸਕਦੇ ਆ, ਔਰ ਉਹ ਗਾਉਂਦੇ ਆ ਉਹਦੇ ਗੁਣ। ਉਹਨਾਂ ਨੂੰ ਤੇ ਕੋਈ ਕਹੇ ਵੀ ਨਾ ਗਾ, ਰੁਕ ਜਾ, ਉਹ ਕਹਿੰਦੇ ਸਾਡੇ ਤੋਂ ਰੁਕਿਆ ਨਹੀਂ ਜਾਂਦਾ। ਉਹਨਾਂ ਦੇ ਅੰਦਰ ਚਾਹ ਹੈ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਭਗਤ ਪ੍ਰਹਿਲਾਦ, ਉਹਨਾਂ ਨੂੰ ਉਹਨਾਂ ਦੇ ਪਿਤਾ ਜਿਹਦਾ ਨਾਂ ਹਰਨਾਕਸ਼, ਸਾਰਿਆਂ ਨੂੰ ਪਤਾ, ਹਿਰਣਕਸ਼ਿਪ ਵੀ ਕਈ ਸ਼ਾਸਤਰਾਂ ਵਿੱਚ ਆਉਂਦਾ। ਉਹਨੇ ਪੂਰਾ ਹੀ ਜ਼ੋਰ ਲਾ ਲਿਆ। ਉਹ ਨਾਸਤਿਕ ਸੀ, ਉਹਦੀ ਵਿੱਦਿਆ ਸੀ ਜਿਹੜੀ, ਉਹ ਪਰਮਾਤਮਾ ਨੂੰ ਮੰਨਦਾ ਨਹੀਂ ਸੀ, ਨਾਸਤਿਕ ਵਿਰਤੀ ਵਾਲਾ ਬੰਦਾ ਸੀ। ਔਰ ਬੰਦੇ ਨੂੰ ਕਹਿੰਦਾ ਸੀ ਬੰਦਾ ਹੀ ਸਭ ਕੁਝ ਹੈ, ਇੱਥੇ ਹੀ ਸਭ ਕੁਝ ਹੈ। ਤੇ ਉਹਨੇ ਆਖਿਆ, ਰੱਬ ਦਾ ਨਾਂ ਨਹੀਂ ਜਪਣਾ, ਤੇ ਜਿਹੜੀ ਵਿੱਦਿਆ ਤੈਨੂੰ ਅਸੀਂ ਪੜ੍ਹਾਉਂਦੇ ਹਾਂ ਉਹ ਪੜ੍ਹ, ਨਾਸਤਿਕ ਵਿੱਦਿਆ।
ਉਹਨੇ ਜਵਾਬ ਇਹ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ, ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰਾ ਔਰ ਪੜਨ ਸਿਓ ਨਾਹਿ ਕਾਮ। ਮੈਂ ਪਰਮੇਸ਼ਰ ਦਾ ਨਾਮ ਨਹੀਂ ਜੇ ਛੱਡਣਾ। ਦੂਜੀ ਵਿਦਿਆ ਜਿਹੜੀ ਤੁਸੀਂ ਪ੍ਰਭੂ ਤੋਂ ਬਗੈਰ ਨਾਮ ਤੋਂ ਖਾਲੀ ਜੋ ਨਾਸਤਿਕ ਵਿਦਿਆ ਤੁਸੀਂ ਪੜ੍ਹਾ ਰਹੇ ਹੋ ਨਾ, ਮੈਂ ਨਹੀਂ ਪੜ੍ਹਨੀ। ਸੰਡਾ ਅਤੇ ਅਮਰਕਾ ਨਾਂ ਦੇ ਦੋ ਉਸਤਾਦ ਸਨ, ਦੋਵਾਂ ਨੂੰ ਜਵਾਬ ਦੇ ਦਿੱਤਾ ਔਰ ਉਹ ਆਪਣੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਉਹਦਾ ਚਿੱਤ ਜੁੜਦਾ ਸੀ। ਹਰੀਜਨ ਬਣ ਗਿਆ ਸੀ ਨਾ, ਤਦੇ ਫਿਰ ਆਪਣੇ ਦਾਸ ਦੀ ਉਹਨੇ ਰੱਖੀ ਵੀ ਹੈ, ਜਨ ਨਾਨਕ ਐਸਾ ਹਰ ਸੇਵਿਆ। ਗੁਰੂ ਸਾਹਿਬ ਨੇ ਇਸ ਤਰ੍ਹਾਂ ਆਖਿਆ, ਹਰ ਜਨ ਰੱਬ ਦੇ ਪਿਆਰੇ ਕੀ ਕਰਦੇ ਆ ਜੀ? ਕਹਿੰਦੇ ਰਾਮ ਨਾਮ ਗੁਣ ਗਾਵੈ। ਰਾਮ ਦੇ ਨਾਮ ਦਾ ਗੁਣ ਗਾਉਂਦੇ ਆ। ਇੱਥੇ ਇਸ ਚੀਜ਼ ਨੂੰ ਵੀ ਮਹਾਰਾਜ ਨੇ ਨਿਖਾਰ ਦਿੱਤਾ, ਕੱਲਾ ਹੀ ਨਹੀਂ ਕਿਹਾ ਰਾਮ ਰਾਮ ਗੁਣ ਗਾਵੈ। ਇਹਦੇ 'ਚ ਫਰਕ ਬਹੁਤ ਪੈ ਜਾਂਦਾ। ਇਹਦੇ 'ਚ ਫਰਕ ਇਹ ਪੈ ਜਾਂਦਾ ਹੈ ਜਦੋਂ ਫਿਰ ਫਿਲਾਸਫਰਾਂ ਦੇ ਹੱਥ ਕੋਈ ਬਾਣੀ ਦੀ ਪੰਕਤੀ ਲੱਗਦੀ ਹੈ, ਫਿਰ ਉਹ ਆਪਣੇ ਬੁੱਧੀ ਅਨੁਸਾਰ ਉਹਦੀ ਵਿਆਖਿਆ ਕਰਨ ਦਾ ਯਤਨ ਕਰਦੇ ਆ। ਉਹ ਕਹਿੰਦੇ ਜੀ ਰਾਮ ਗੁਣ ਗਾਵੇ ਦਾ ਅਰਥ ਹੈ ਵੀ ਉਹਦੇ ਗੁਣ ਗਾਓ, ਜਾਣੀ ਉਹਦੇ ਜਿਹੜੇ ਗੁਣ ਨੇ ਉਹਨਾਂ ਤੇ ਵਿਚਾਰ ਕਰੋ, ਇਹ ਅਰਥ ਕੱਢ ਲੈਂਦੇ। ਪਰ ਜਿਹੜਾ ਰਾਮ ਨਾਮ ਸ਼ਬਦ ਪਾ ਦਿੱਤਾ ਨਾ ਜੀ, ਇਹਦਾ ਮਤਲਬ ਹੈ ਰਾਮ ਨਾਮ ਜਪਣਾ, ਵਾਹਿਗੁਰੂ ਦਾ ਨਾਮ ਜਪਣਾ, ਇਹ ਉਹਦੇ ਗੁਣ ਗਾਉਣੇ ਆ। ਹਾਂ, ਉਹਦੇ ਜਿਹੜੇ ਗੁਣ ਹਨ ਉਹਨਾਂ ਤੇ ਵਿਚਾਰ ਕਰਨੀ ਵੀ ਮਾੜੀ ਗੱਲ ਨਹੀਂ ਹੈ, ਇਹ ਵੀ ਬਹੁਤ ਚੰਗੀ ਗੱਲ ਹੈ। ਇਹ ਵੀ ਗਿਆਨ ਖੰਡ ਦੀ ਅਵਸਥਾ ਹੈ। ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਜੀ, ਉਹਦੇ ਵਿੱਚ ਗਿਆਨ ਖੰਡ ਦੀ ਅਵਸਥਾ ਦਾ ਜ਼ਿਕਰ ਆਉਂਦਾ। ਉੱਥੇ ਜਾ ਕੇ ਕੀਤੇ ਇੰਦ ਚੰਦ ਸੂਰ, ਕੀਤੇ ਮੰਡਲ ਦੇਸ਼, ਕੀਤੇ ਸਿੱਧ ਬੁੱਧ ਨਾਥ, ਕੀਤੇ ਦੇਵੀ ਵੇਸ, ਕੀਤੇ ਇੰਦ ਚੰਦ ਸੂਰ, ਕੀਤੇ, ਇਹ ਸਾਰੀਆਂ ਅਵਸਥਾਵਾਂ ਉੱਥੇ ਫਿਰ ਗਿਆਨ ਦੀ ਗੱਲ ਕੀਤੀ ਹੈ, ਵਿਚਾਰ ਦੀ। ਤੇ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਉਹਦੇ ਗੁਣ ਗਾਉਂਦੇ ਹਨ, ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਮਹਾਰਾਜ ਜੀ ਗੁਰੂ ਸਾਹਿਬ ਨੇ ਇੱਥੇ ਇੱਕ ਉਸ ਗੁਰਮੁਖ ਵਿਰਤੀ ਦਾ ਜ਼ਿਕਰ ਕੀਤਾ ਹੈ ਜਿਹੜੇ ਗੁਣ ਗਾਉਂਦੇ ਹਨ, ਨਾਮ ਜਪਦੇ ਹਨ। ਦੂਜੇ ਪਾਸੇ ਉਸ ਬਿਰਤੀ ਦਾ ਵੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਕੰਮ ਕੇਵਲ ਨਿੰਦਾ ਕਰਨੀ ਹੈ, ਸੁਭਾਅ ਹੈ ਵਿਸਾਸਨ। ਭਾਵੇਂ ਕਿ ਗੁਰਬਾਣੀ ਕਹਿੰਦੀ ਹੈ ਨਿੰਦਾ ਭਲੀ ਕਿਸੇ ਕੀ ਨਹੀਂ, ਕਿਸੇ ਦੀ ਵੀ ਨਿੰਦਾ ਕਰਨੀ ਯੋਗ ਨਹੀਂ, ਚਾਹੀਦੀ ਹੋਣੀ। ਗੁਰਬਾਣੀ ਵਿੱਚ ਤੇ ਐਸਾ ਵੀ ਲਿਖਿਆ ਹੈ, ਪਰ ਨਿੰਦਾ ਪਾਰ ਮਲ ਮੁਖ ਸੁਧੀ। ਪਰਾਈ ਨਿੰਦਾ ਕਰਨੀ, ਪਰਾਈ ਗੰਦਗੀ ਸਾਫ਼ ਕਰਨ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਇਹ ਤਾਂ ਬਹੁਤ ਔਖਾ ਹੈ, ਪਰ ਲੋਕੀ ਮਹਾਰਾਜ ਕਹਿੰਦੇ ਇਸ ਚੀਜ਼ ਦਾ ਰਸ ਮਾਣਦੇ ਆ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਇਨਸਾਨ ਉਸ ਰੱਬ ਦੇ ਪਿਆਰੇ ਦੀ, ਗੁਰਮੁਖ ਦੀ ਨਿੰਦਾ ਵੀ ਕਰੇ, ਉਹਨੂੰ ਨਿੰਦੇ ਵੀ, ਉਹਦੇ ਜਿਹੜੇ ਗੁਣ ਹਨ ਨਾਮ ਜਪਣ ਵਾਲੇ ਦੇ ਜਿਹੜੇ ਗੁਣ ਨੇ, ਉਹ ਕੀ ਹੈ? ਨਾਮ ਜਪਣਾ, ਵਾਹਿਗੁਰੂ ਕਰਨਾ, ਸਿਮਰਨ ਕਰਨਾ। ਪਰ ਜੇ ਕੋਈ ਨਿੰਦਾ ਕਰੇ, ਆਖੇ ਤੂੰ ਗਲਤ ਕੰਮ ਕਰ ਰਿਹਾ ਹੈ, ਹਾਲਾਂਕਿ ਇਹ ਸੰਸਾਰ ਦੀ ਬਿਰਤੀ ਆ, ਕਲਯੁਗ ਦੀ। ਇਹ ਗੁਰਬਾਣੀ ਵਿੱਚ ਆਖਿਆ ਹੈ, ਜੇ ਕੋ ਸੱਚ ਕਹੈ ਸੋ ਸੀਜੈ, ਤਾਪ ਘਰ ਤਾਪ ਨਾ ਹੋਈ, ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲਖਣ ਇਹੀ। ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਜੇ ਕੋਈ ਨਾਮ ਜਪਦਾ ਉਹਦੀ ਬਦਨਾਮੀ ਕਰਨਗੇ। ਜੇ ਕਿਸੇ ਦੀ ਜੇਬ ਵਿੱਚ ਕੋਈ ਮਾਲਾ ਵੇਖ ਲਈ ਤੇ ਆਖਣਗੇ ਦੇਖੋ ਜੀ ਮਾਲਾ ਲਈ ਫਿਰਦਾ, ਦੱਸੋ ਕੋਈ ਬੰਬ ਚੁੱਕੀ ਫਿਰਦਾ। ਜੇ ਨਿਤਨੇਮ ਕਰ, ਆਖੇ ਤੂੰ ਨਿਤਨੇਮ ਕਰਦਾ। ਜੇ ਕੋਈ ਅੰਮ੍ਰਿਤ ਛਕ ਲੈ, ਅੱਛਾ ਤੂੰ ਅੰਮ੍ਰਿਤ ਛਕਣਾ ਚਾਹੁੰਦਾ, ਵੀ ਜਣੋ ਪਤਾ ਨਹੀਂ ਉਹਨੇ ਕੋਈ ਦੁਨੀਆ ਦਾ ਸਭ ਤੋਂ ਮਾੜਾ ਹੀ ਕੰਮ ਕਰ ਦਿੱਤਾ ਹੋ। ਬੁਰੇ ਕੰਮ ਕਰਨ ਵਾਲਿਆਂ ਤੇ ਲੋਕੀ ਚੰਬਾ ਨਹੀਂ ਕਰਦੇ, ਕਹਿਣਗੇ ਤਾਂ ਲੋਕ ਕਰਦੇ ਹੀ ਹੁੰਦੇ। ਪਰ ਸਾਧ ਸੰਗਤ, ਇਹ ਕਲਯੁਗ ਦੇ ਲੱਛਣ ਹਨ। ਗੁਰਮੁਖਾਂ ਦੀ ਵਿਰਤੀ ਐਸੀ ਨਹੀਂ, ਨਾ ਕਿਸੇ ਦੀ ਨਿੰਦਾ ਕਰਦੇ, ਗੁਰਮੁਖ ਦੀ ਨਿੰਦਾ ਨਹੀਂ ਕਰਦੇ। ਗੁਰਮੁਖ ਦੀ ਤੇ ਕੀ ਕਰਨੀ, ਕਿਸੇ ਦੀ ਵੀ ਨਹੀਂ ਕਰਦੇ।
ਪਰ ਦੂਜੇ ਪਾਸੇ ਜੇ ਕੋਈ ਉਹਨਾਂ ਦੀ ਕਰੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਫਿਰ ਉਹ ਕੀ ਕਰਦੇ? ਕਹਿੰਦੇ ਆਪਣਾ ਗੁਣ ਨਾ ਗਵਾਵੈ। ਉਹ ਗੁਰਮੁਖ ਆਪਣਾ ਗੁਣ ਗਵਾਉਂਦੇ ਨਹੀਂ। ਨਾਮ ਜਪਣ ਵਾਲਾ ਵੀ ਗੁਣ ਹੈ, ਹਾਸਲ ਕਰਨਾ ਪੈਂਦਾ। ਗੁਣ ਦੀ ਆਦਤ ਹੈ ਕਿ ਉਹਨੂੰ ਬਾਰ-ਬਾਰ ਅਭਿਆਸ ਕਰੋ, ਫਿਰ ਉਹ ਗੁਣ ਪੱਕਦਾ ਹੈ। ਉਸ ਗੁਣ ਦੀ ਬੰਦੇ ਦੇ ਅੰਦਰ ਉਹ ਗੁਣ ਅੰਦਰ ਆ ਜਾਂਦਾ, ਟਿਕ ਜਾਂਦਾ। ਕੋਈ ਵੀ ਗੁਣ ਹਾਸਲ ਕਰਨਾ ਹੋਵੇ ਉਹਦੀ ਇਹ ਪ੍ਰੈਕਟਿਸ ਕਰਨ ਦੀ ਲੋੜ ਹੁੰਦੀ ਹੈ। ਦੁਨੀਆ ਦੇ ਵਿੱਚ ਬਹੁਤ ਗੁਣ ਹਨ, ਪਰ ਉਹ ਸਾਰੇ ਗੁਣ ਆਪਣੇ ਅੰਦਰ ਕੋਈ ਵੀ ਗੁਣ ਧਾਰਨ ਕਰਨਾ ਹੈ, ਉਹਦੀ ਵਾਰ-ਵਾਰ ਉਹਦੀ ਪ੍ਰੈਕਟਿਸ ਕਰਨ ਦੀ ਲੋੜ ਹੁੰਦੀ ਹੈ, ਫਿਰ ਉਹ ਗੁਣ ਅੰਦਰ ਟਿਕ ਜਾਂਦਾ ਹੈ। ਤੇ ਗੁਰਮੁਖ ਜਨ ਵੀ ਨਾਮ ਜਪਣ ਦੀ ਪ੍ਰੈਕਟਿਸ ਕਰਦੇ, ਅਭਿਆਸ ਕਹਿ ਦਿੰਦੇ ਆ ਉਹਨੂੰ ਅਭਿਆਸ ਕਰਨਾ ਵਾਰ-ਵਾਰ। ਤੇ ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਅੰਦਰ ਗੁਣ ਟਿਕ ਜਾਂਦਾ, ਫਿਰ ਉਹ ਗਵਾਵੇ ਨਾ ਗਵਾਵੇ। ਗਵਾਉਂਦੇ ਨਹੀਂ ਉਸ ਨਾਮ ਜਪਣ ਦੇ ਗੁਣ ਨੂੰ, ਉਹਨੂੰ ਸਾਂਭ ਕੇ ਰੱਖਦੇ ਹਿਰਦੇ ਅੰਦਰ। ਰਹਾਉ ਵਿਸ਼ਰਾਮ ਦੇ ਕੇ ਸਮਝਾ ਰਹੇ ਹਨ। ਜੋ ਕੁਛ ਕਰੇ ਤੂੰ ਆਪੇ ਸੁਆਮੀ, ਹਰਿ ਆਪੇ ਕਾਰ ਕਮਾਵੈ। ਗੁਰਮੁਖ ਦੀ ਤਾਂ ਬਿਰਤੀ ਹੈ ਸੀ। ਜਿਹੜਾ ਮਨਮੁਖ ਬਿਰਤੀ ਹੈ ਉਹ ਦੋਖ ਆਰੋਪਣ ਕਰਦਾ ਰਹਿੰਦਾ ਦੂਜਿਆਂ ਦੇ ਉੱਤੇ। ਹਰ ਕਿਸੇ ਦੇ ਉੱਤੇ ਕੋਈ ਨਾ ਕੋਈ ਔਗਣ ਕੱਢ ਕੇ। ਦੇਖੋ ਜੀ, ਸੰਸਾਰ ਵਿੱਚ ਕਿਹੜਾ ਇਨਸਾਨ ਹੈ ਜਿਹਦੇ ਵਿੱਚ ਕੋਈ ਔਗਣ ਨਾ ਹੋਵੇਗਾ? ਉਹ ਤੇ ਕੋਈ ਗੁਰੂ ਪੀਰ ਪੈਗੰਬਰ ਅਵਤਾਰ ਹੀ ਹੋ ਸਕਦਾ ਹੈ ਜਿਹਦੇ ਵਿੱਚ ਕੋਈ ਔਗਣ ਹੈ ਨਹੀਂ ਤੇ ਮਾਟੀ ਕੇ ਹਮ ਪੂਤਰੇ ਹੈ ਸਾਧ ਸੰਗਤ, ਕੋਈ ਨਾ ਕੋਈ ਹਮ ਅਵਗੁਣ ਭਰੇ। ਮਹਾਰਾਜ ਨੇ ਸਮਝਾਇਆ ਹੀ ਹੈ ਸਾਨੂੰ, ਕੋਈ ਨਾ ਕੋਈ ਔਗਣ ਨਿਕਲੇ ਆਉਂਦਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਔਗਣ ਬੰਦੇ ਵਿੱਚ ਨਿਕਲ ਆਉਂਦਾ ਹੈ। ਤੇ ਫਿਰ ਉਹ ਔਗਣ ਨੂੰ ਵੇਖ ਕੇ ਬੰਦਾ ਕਿਸੇ ਨਾ ਕਿਸੇ ਤਰੀਕੇ ਦੂਜੇ ਨੂੰ ਭੰਡੀ ਜਾਂਦਾ। ਪਰ ਗੁਰਮੁਖ ਇਉਂ ਨਹੀਂ ਕਰਦੇ। ਉਹ ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਆਪੇ ਹੀ ਮਤ ਦੇਵੈ ਸੁਆਮੀ। ਉਹ ਤਾਂ ਕਹਿੰਦਾ ਵਾਹਿਗੁਰੂ ਇਹਨਾਂ ਨੂੰ ਵੀ ਤੂੰ ਹੀ ਉਹ ਮਤ ਦੇਣ ਵਾਲਾ ਹੈ। ਹਰਿ ਆਪੇ ਹੀ ਮਤ ਦੇਵੈ ਸੁਆਮੀ, ਹਰਿ ਆਪੇ ਬੋਧ ਬੁਲਾਵੈ। ਹੇ ਮਹਾਰਾਜ ਸੱਚੇ ਪਾਤਸ਼ਾਹ, ਤੂੰ ਇਹਨਾਂ ਨੂੰ ਆਪੇ ਮਤ ਦੇਣ ਵਾਲਾ ਹੈ। ਇਹਨਾਂ ਨੂੰ ਮਤ ਵੀ ਤੂੰ ਹੀ ਬਖਸ਼ੇਗਾ ਤੇ ਆਪੇ ਹੀ ਬੋਲ ਬੁਲਾਵੈ। ਇਹਨਾਂ ਨੂੰ ਜਿਹੜੀ ਇਹਨਾਂ ਦੇ ਅੰਦਰ ਬੋਲ ਹਨ ਨਾ, ਜਿਹੜੇ ਬੋਲਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਤੂੰ ਹੀ ਬੁਲਾ ਰਹੇ। ਕਈ ਵਾਰ ਇਹ ਗੱਲ ਨੂੰ ਵੀ ਗੁਰਮੁਖ ਜਨ ਇਸ ਗੱਲ ਨੂੰ ਸਮਝ ਸਕਦੇ। ਕਈ ਵਾਰ ਜਿਹੜੇ ਨਿੰਦਕ ਹੁੰਦੇ ਆ ਉਹ ਜੀਵਨ ਬੰਦੇ ਦਾ ਜੀਵਨ ਡਿੱਗਣੋਂ ਬਚਾ ਲੈਂਦੇ। ਜੇ ਬੰਦੇ ਦੀ ਨਿੰਦਾ ਨਾ ਹੋਵੇ ਜਾਂ ਬੰਦੇ ਨੂੰ ਇਹ ਗੱਲ ਦਾ ਖਿਆਲ ਨਾ ਹੋਵੇ ਕਿ ਮੈਂ ਇਹ ਕੰਮ ਕੀਤਾ, ਮੈਨੂੰ ਕਿਸੇ ਟੋਕਣਾ ਹੀ ਨਹੀਂ, ਮੇਰੀ ਕਿਸੇ ਨਿੰਦਾ ਹੀ ਨਹੀਂ ਕਰਨੀ ਜਾਂ ਮੈਨੂੰ ਕਿਸੇ ਕਹਿਣਾ ਹੀ ਨਹੀਂ, ਤੇ ਸਾਧ ਸੰਗਤ ਉਹ ਬੰਦੇ ਦਾ ਸੁਧਾਰ ਦਾ ਮੌਕਾ ਹੀ ਨਹੀਂ ਹੁੰਦਾ ਕਈ ਵਾਰ। ਤਦੇ ਕਬੀਰ ਸਾਹਿਬ ਨੇ ਬੜਾ ਸੋਹਣਾ ਆਖਿਆ ਕਿ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਨਿੰਦਾ ਹੋਏ ਤਾਂ ਬੈਕੁੰਠ ਜਾਈਐ ਰਾਮ ਪਦਾਰਥ, ਹਿਰਦੈ ਬਸਾਈਐ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ। ਜਦੋਂ ਕੋਈ ਕਿਸੇ ਬੰਦੇ ਦੀ ਨਿੰਦਾ ਕਰਦਾ, ਠੀਕ ਹੈ, ਪਹਿਲੀ ਅਵਸਥਾ ਵਿੱਚ ਬੰਦੇ ਦਾ ਸੁਭਾਅ ਹੈ, ਜੇ ਕੋਈ ਸਾਡੇ ਵੱਲ ਗੱਲ ਕਰਦਾ ਤੇ ਇੱਕਦਮ ਅੰਦਰ ਤੀਰ ਵੱਜਦਾ, ਕਿੱਦਾਂ ਦੀ ਗੱਲ ਕਰਦਾ। ਫਿਰ ਬੰਦੇ ਦਾ ਦਿਲ ਕਰਦਾ ਮੈਂ ਇੱਕ ਸੁਣਾਉਂਦਾ ਤੇ ਮੈਨੂੰ ਚਾਰ ਸੁਣਾਵਾਂ। ਆਮ ਤੌਰ ਤੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਦੁਨੀਆ ਵਿੱਚ, ਇਸ ਤਰ੍ਹਾਂ ਦੇ ਲੋਕ ਹੀ ਚੱਲਦੇ ਆ। ਜ਼ਿਆਦਾ ਸ਼ਰਾਫਤ ਵਾਲੇ, ਜ਼ਿਆਦਾ ਚੁੱਪ ਚੁਪੀਲੇ ਬੰਦੇ, ਜ਼ਿਆਦਾ ਚੁੱਪ ਕੀਤੇ ਜੇ ਲੋਕ ਇਉਂ ਸਮਝਣ ਲੱਗ ਜਾਂਦੇ ਹਨ ਕਿ ਇਹਨੂੰ ਤੇ ਪਤਾ ਹੀ ਨਹੀਂ ਕਿਸੇ ਦਾ, ਇਹ ਤੇ ਗੂੰਗਾ ਬਹਿਰਾ ਹੀ ਆ ਖੌਰੇ। ਉਹਦੇ ਉੱਤੇ ਪ੍ਰਭਾਵ ਪਾਉਣਾ ਚਾਹੁੰਦੇ ਲੋਕੀ, ਆਪਣੇ ਮੂਰਖਤਾ ਨੂੰ ਵੀ ਗਿਆਨ ਸਿੱਧ ਕਰਕੇ ਆਪਣੀ ਮੂਰਖਤਾ ਦਾ ਪ੍ਰਭਾਵ ਪਾਉਣਾ ਚਾਹੁੰਦੇ। ਪਰ ਅਧਿਆਤਮ ਦੀ ਦੁਨੀਆ ਵਿੱਚ ਗੁਰਮੁਖ ਜਨ ਇਸ ਗੱਲ ਨੂੰ ਬੇਵਜ੍ਹਾ ਬੋਲਣ ਵਾਲੇ ਨੂੰ ਜਾਂ ਮੂਰਖਤਾ ਨੂੰ ਗਿਆਨ ਸਮਝ ਕੇ ਉਹਨੂੰ ਥੋਪਣ ਵਾਲੇ ਨੂੰ
ਰੂਹਾਨੀਅਤ ਦੀ ਦੁਨੀਆ ਵਿੱਚ ਕੋਈ ਚੰਗਾ ਥਾਂ ਨਹੀਂ, ਉਹਨੂੰ ਨਹੀਂ ਆਖਿਆ ਜਾਂਦਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਗੁਰਮੁਖ ਜਨ, ਆਹ ਪੰਕਤੀ ਨੂੰ ਦੁਬਾਰਾ ਪੜ੍ਹ ਦਿਓ ਜੀ ਤਾਂ ਕਿ ਇਹਦੇ ਅਰਥ ਸਪਸ਼ਟ ਹੋ ਜਾਣ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਧ ਬੁਲਾਵੈ। ਉਹ ਤੇ ਵਾਹਿਗੁਰੂ ਨੂੰ ਬੇਨਤੀ ਕਰਦੇ, ਮਹਾਰਾਜ ਇਹਨਾਂ ਨੂੰ ਤੂੰ ਮਤ ਦੇ, ਔਰ ਮਹਾਰਾਜ ਮਤ ਦੇ ਵੀ ਦਿੰਦੇ ਆ। ਨਿੰਦਾ ਕਰਨ ਵਾਲੇ ਆਖਰ ਅਗਰ ਕੰਚਨ ਦਾ ਜੀਵਨ ਹੋਵੇ, ਸ਼ੁੱਧ ਜੀਵਨ ਹੋਵੇ, ਸਾਧ ਸੰਗਤ, ਆਖਰ ਨਿੰਦਕ ਨੂੰ ਨਾਮ ਜਪਣ ਵਾਲੇ ਦੇ ਪੈਰੀਂ ਡਿੱਗਣਾ ਪੈਂਦਾ, ਸੰਤ ਦੇ ਚਰਨੀ ਡਿੱਗਣਾ ਪੈਂਦਾ, ਗੁਰਮੁਖ ਦੇ ਚਰਨੀ ਡਿੱਗਣਾ ਪੈਂਦਾ, ਭਾਵੇਂ ਕਿੱਡਾ ਹੀ ਨਿੰਦਕ ਹੋਵੇ। ਮਹਾਰਾਜ ਕਹਿੰਦੇ ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਗੁਰਮੁਖ ਤੇ ਸੋਚਦੇ ਮਹਾਰਾਜ ਇਹਨਾਂ ਦੇ ਅੰਦਰ ਜਿਹੜੇ ਬੋਲ ਬੋਲਦੇ ਹਨ ਇਹ ਤੂੰ ਹੀ ਦਿੱਤੇ ਆ, ਤੂੰ ਹੀ ਇਹਨਾਂ ਨੂੰ ਜ਼ੁਬਾਨ ਦਿੱਤੀ ਹੈ, ਤੂੰ ਹੀ ਇਹਨਾਂ ਨੂੰ ਤਾਕਤ ਦਿੱਤੀ ਹੈ ਮੇਰੇ ਮਾਲਕ। ਹੋ ਸਕਦਾ ਮੇਰਾ ਭਲਾ ਹੀ ਹੋ ਰਿਹਾ ਹੋਵੇ ਇਹਨਾਂ ਚੀਜ਼ਾਂ ਦੇ ਨਾਲ, ਇਹਨਾਂ ਬੋਲਾਂ ਦੇ ਨਾਲ। ਇਉਂ ਵਿਚਾਰ ਕੇ ਗੁਰਮੁਖ ਸਹੀ ਮਾਰਗ ਤੇ ਚੱਲਦਾ ਰਹਿੰਦਾ ਹੈ। ਹਰ ਆਪੇ ਪੰਜ ਤਤ ਜਿਸ ਥਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਹੇ ਮੇਰੇ ਮਾਲਕ, ਇਹ ਸਭ ਜੀ ਜੰਤ ਸਭ ਤੇਰੇ ਹੀ ਹੈ, ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਹੇ ਵਾਹਿਗੁਰੂ, ਇਹ ਜੀਵਾਂ ਦੇ ਅੰਦਰ ਜਿਹੜੇ ਪੰਜ ਤੱਤ ਹਨ ਇਹ ਤੂੰ ਹੀ ਪੈਦਾ ਕੀਤੇ। ਪੰਜ ਤੱਤਾਂ ਦੀ ਸਾਰੀ ਰਚਨਾ, ਪਾਂਚ ਤੱਤ ਕੋ ਤਨ ਰਚਿਓ, ਇਹ ਪੰਜ ਤੱਤਾਂ ਦੀ ਅੱਗੇ ਵਿਸਥਾਰ ਹੈ। ਅਗਰ ਇਸ ਚੀਜ਼ ਨੂੰ ਬਹੁਤ ਡੂੰਘਾਈ ਨਾਲ ਸਮਝਣਾ ਹੋਵੇ ਤੇ ਇਹਨੂੰ ਪੰਜ ਤੱਤ ਪੰਚੀਸਕਰਨ ਭਾਈ ਗੁਰਦਾਸ ਜੀ ਨੇ ਲਿਖਿਆ। ਫਿਰ ਸ਼ੰਕਰਾਚਾਰੀਆ ਦਾ ਇੱਕ ਬਹੁਤ ਸੋਹਣਾ ਗ੍ਰੰਥ, ਉਹਦਾ ਨਾਮ ਹੈ ਅਥ ਪੰਚੀਕਰਨ, ਬਹੁਤ ਸੋਹਣਾ ਗ੍ਰੰਥ ਹੈ। ਉਹਦੇ ਵਿੱਚ ਉਹਨੇ ਬੜੇ ਸੋਹਣੇ ਤਰੀਕੇ ਨਾਲ ਕਿਵੇਂ ਪੰਜ ਤੱਤ, ਸੂਖਸ਼ਮ ਤੱਤ ਪੈਦਾ ਹੁੰਦੇ, ਸ਼ਬਦ ਸਪਰਸ਼ ਰੂਪ ਰਸ ਗੰਧ ਪੈਦਾ ਹੁੰਦੇ, ਪੰਜ ਕਰਮ ਇੰਦਰੀ, ਪੰਜ ਗਿਆਨ ਇੰਦਰੀ, ਫਿਰ ਮਨ ਬੁੱਧ ਚਿੱਤ ਅਹੰਕਾਰ ਅੰਤःਕਰਣ ਕਿਵੇਂ ਪੈਦਾ ਹੁੰਦਾ ਹੈ। ਉਹਦੇ ਵਿੱਚ ਫਿਰ ਤਿੰਨ ਸਰੀਰਾਂ ਦੀ ਕਿਸ ਤਰੀਕੇ ਪ੍ਰਕਿਰਿਆ ਹੈ, ਜਿਹਨੂੰ ਸਥੂਲ, ਸੂਖਸ਼ਮ ਅਤੇ ਕਾਰਨ ਸਰੀਰ ਕਹਿ ਦਿੰਦੇ, ਔਰ ਤਿੰਨ ਅਵਸਥਾਵਾਂ ਕਿਵੇਂ ਟਿਕਦੀਆਂ ਹਨ, ਜਾਗਰਤ ਸੁਪਨ ਸੁਖੋਪਤ। ਤਿੰਨੇ ਅਵਸਥਾਵਾਂ ਦਾ ਅਭਿਮਾਨੀ ਜਿਹੜਾ ਜੀਵ ਹੈ, ਜਿਹਨੂੰ ਵਿਸ਼ਵ, ਤੈਜਸ ਅਤੇ ਪ੍ਰਾਗ ਕਹਿੰਦੇ ਆ, ਇਹਨਾਂ ਤਿੰਨਾਂ ਤੋਂ ਪਾਰ ਜਿਹਨੂੰ ਤੁਰੀਆ ਅਵਸਥਾ ਦਾ ਮਾਲਕ ਕਹਿੰਦੇ ਹੈ, ਉਹ ਆਤਮਾ ਚੇਤਨ। ਉਹ ਕੀ ਹੈ? ਇਹਦੀ ਬਹੁਤ ਡੂੰਘੀ ਔਰ ਗਹਿਰੀ ਪ੍ਰਕਿਰਿਆ ਹੈ। ਇਹ ਪੰਜ ਤੱਤਾਂ ਦੇ ਵਿਸਥਾਰ ਦੀ ਗੱਲ ਹੈ, ਸਾਰੀ ਉਹਦੇ ਵਿੱਚ ਆ ਜਾਂਦੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਵਾਹਿਗੁਰੂ ਨੂੰ ਨਹੀਂ ਇਹ ਪੰਜ ਤੱਤ ਸਾਜਿਆ, ਤੇ ਪੰਜੇ ਤੱਤਾਂ ਦੇ ਵਿੱਚ ਜਿਹੜੇ ਧਾਤੂ ਹਨ, ਸੁਭਾਅ ਹਨ ਜੀਵਾਂ ਦੇ, ਤਿੰਨ ਗੁਣ ਹੈ ਜੀ ਮਾਇਆ ਦੇ, ਰਾਜ ਤਮ ਸਤ। ਸਤੋਗੁਣ ਜਿਹੜੀ ਹੈ ਇਹ ਗਿਆਨ ਪ੍ਰਦਾਨ ਹੈ, ਰਜੋ ਗੁਣ ਕਿਹੜੀ ਹੈ ਕਿਰਿਆ ਪ੍ਰਦਾਨ ਹੈ, ਤਮੋ ਗੁਣ ਕਿਹੜੀ ਹੈ ਜੜਤਾ ਪ੍ਰਦਾਨ ਹੈ। ਇਹ ਤਿੰਨ ਗੁਣ ਨੇ। ਫਿਰ ਇਹ ਤਿੰਨਾਂ ਦੇ ਆਪੋ ਆਪਣੇ ਸੁਭਾਅ, ਕਿਸੇ 'ਚ ਥੋੜ੍ਹੇ ਵੱਧ, ਕਿਸੇ ਵਿੱਚ ਥੋੜ੍ਹੇ ਘੱਟ, ਉਹਦੇ ਹਿਸਾਬ ਨਾਲ ਜੀਵਾਂ ਦੇ ਸੰਸਕਾਰ ਚੱਲਦੇ ਹਨ। ਕਿਉਂ ਮਹਾਰਾਜ ਸਭ ਸਮਝਾ ਰਹੇ ਹਨ, ਕਹਿੰਦੇ ਹੈ ਵਾਹਿਗੁਰੂ ਤੂੰ ਹੀ ਪੰਜ ਤੱਤ ਸਾਜੇ ਹੈ। ਪੰਜ ਤੱਤਾਂ ਦੀ ਰਚਨਾ ਜੀਵ ਸੁਭਾਅ ਚੁੱਕੀ ਫਿਰਦੇ ਹਨ ਆਪਣੇ, ਤੇ ਮਹਾਰਾਜ ਸੱਚੇ ਪਾਤਸ਼ਾਹ ਤੂੰ ਹੀ ਘੜੇ ਹਨ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰਿ ਆਪੇ ਝਗਰ ਚੁਕਾਵੇ। ਇਹ ਤੂੰ ਹੀ ਪੰਜ ਤੱਤ ਸਾਜੇ, ਤੇ ਪੰਜ ਤੱਤਾਂ ਦੇ ਜਿਹੜੇ ਇਹ ਧਾਤੂ ਹੈ, ਪੰਜ ਤੱਤਾਂ ਦੇ ਜਿਹੜੇ ਸੁਭਾਵ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ ਇਤਿਆਦਿਕ ਜੀਵਾਂ ਦੇ ਅੰਦਰ ਹਨ, ਤੂੰ ਹੀ ਪਾਏ ਹਨ। ਜਨ ਨਾਨਕ ਸਤਿਗੁਰ ਮਿਲੇ ਆਪੇ। ਜੀਵ ਆਪਣੇ ਸੁਭਾਅ ਦੇ ਅਨੁਸਾਰ ਵਿਚਰਦੇ ਹਨ, ਪਰ ਜਿਨ੍ਹਾਂ ਤੇ ਤੇਰੀ ਮਿਹਰ ਹੋ ਜਾਂਦੀ ਹੈ ਉਹਨਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ। ਉਹਨਾਂ ਨੂੰ ਰੁਲਦੇ ਫਿਰਦਿਆਂ ਨੂੰ, ਭਟਕਦੇ ਫਿਰਦਿਆਂ ਨੂੰ, ਕਲਯੁਗ ਦੇ ਸੁਭਾਅ ਦੇ ਮਾਰੇ ਹੋਏ ਲੋਕਾਂ ਨੂੰ, ਕੋਈ ਕੌਡਾ ਰਾਖਸ਼ ਹੁੰਦਾ ਹੈ, ਕੋਈ ਸੱਜਣ ਖਵਾ ਕੇ ਠੱਗ ਬਣਿਆ ਫਿਰਦਾ ਹੈ, ਕੋਈ ਨੂਰ ਸ਼ਾਹ ਜਾਦੂਗਰਨੀ ਦੀ ਤਰ੍ਹਾਂ ਲੋਕਾਂ ਨੂੰ ਆਪਣੇ ਵਸ ਕਰਨ ਦੇ ਉਪਰਾਲੇ ਸੋਚਦਾ ਫਿਰਦਾ ਹੈ। ਇੰਨਾ ਕੁਝ ਕਰਦੇ ਕਰਾਉਂਦਿਆਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਜਦੋਂ ਗੁਰੂ ਮਿਲ ਲੈਣਾ ਹੈ ਨਾ,
ਜਨ ਨਾਨਕ ਸਤਿਗੁਰ ਮਿਲੇ ਆਪੇ। ਫਿਰ ਜਦੋਂ ਗੁਰੂ ਮਿਲਦਾ ਹੈ ਗੁਰਸਿੱਖੋ, ਤੇ ਫਿਰ ਜੀਵ ਉਹਦੀ ਵਿਚਾਰ ਨੂੰ ਸੁਣਦਾ ਹੈ, ਉਹਦੀ ਬਾਣੀ ਨੂੰ ਜਿਸ ਵੇਲੇ ਸੁਣਦਾ ਹੈ, ਤੇ ਫਿਰ ਉਹ ਜਿਹੜੀ ਸਤਿਗੁਰੂ ਦੀ ਬਾਣੀ ਜੀਵ ਦੇ ਅੰਦਰਲੇ ਨੂੰ ਬਦਲ ਕੇ ਰੱਖ ਦਿੰਦੀ ਹੈ। ਉਹਦੇ ਅੰਦਰ ਦੀਆਂ ਪਸ਼ੂ ਬਿਰਤੀਆਂ ਨੂੰ ਮਾਰ ਕੇ ਤੇ ਸਾਧ ਸੰਗਤ ਉਹਦੇ ਗੁਰਮੁਖ ਦੇ ਅੰਦਰ ਦੈਵੀ ਗੁਣ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਬੰਦੇ ਦੇ ਅੰਦਰ ਪੈਦਾ ਕਰ ਦਿੰਦਾ ਹੈ। ਤੇ ਜਦੋਂ ਉਸ ਗੁਰਮੁਖ ਦੇ ਅੰਦਰ ਦੈਵੀ ਗੁਣ ਪ੍ਰਗਟ ਹੋ ਗਏ, ਫਿਰ ਕਹਿੰਦੇ ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ। ਝਗਰ ਦਾ ਅਰਥ ਹੈ ਝਗੜਾ। ਜਿਹੜਾ ਝਗੜਾ ਹੈ ਪੰਜਾਂ ਦਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ, ਵਿਸ਼ਿਆਂ ਵਿਕਾਰਾਂ ਦਾ, ਬਹੁਤ ਵੱਡਾ ਸਾਡੇ ਅੰਦਰ ਝਗੜਾ ਹੈ। ਸਾਡੇ ਅੰਦਰ ਸਤ ਅਸਤ ਦੀ ਵਿਚਾਰ ਦਾ ਝਗੜਾ ਹੈ। ਸਾਡੀ ਬੁੱਧੀ ਨਿਰਣਾ ਕਰਦੀ ਰਹਿੰਦੀ। ਸਾਡੇ ਅੰਦਰ ਜਿਹੜਾ ਮਨ ਹੈ, ਸੰਕਲਪੋ ਵਿਕਲਪਾ ਸਾ ਮਨਾ, ਜਿਹੜੇ ਅੰਦਰ ਸੰਕਲਪ ਅਤੇ ਵਿਕਲਪ ਚੱਲਦੇ ਰਹਿੰਦੇ ਹਨ, ਸ਼ੁਭ ਅਸ਼ੁਭ ਦੇ, ਬੜਾ ਵੱਡਾ ਝਗੜਾ ਹੈ, ਜਿਹਨੂੰ ਦੁੰਦਰ ਆਖਿਆ ਬਾਣੀ ਵਿੱਚ। ਦੁੰਦਰ ਬੰਧੋ ਸੁੰਦਰ ਪਾਵੋ। ਕਹਿੰਦੇ ਫਿਰ ਜਦੋਂ ਗੁਰੂ ਵਾਲਾ ਹੋ ਜਾਂਦਾ ਹੈ, ਜਦੋਂ ਗੁਰੂ ਮਿਲਦਾ ਹੈ, ਫਿਰ ਇਹਦੇ ਝਗੜੇ ਟੁੱਟ ਜਾਂਦੇ। ਜਿਹੜੀ ਗਲਤ ਵਿਚਾਰ ਹੈ ਜਿਹੜੀ, ਉਹ ਸਾਈਡ ਤੇ ਰੱਖ ਦਿੰਦਾ ਹੈ। ਫਿਰ ਉਹ ਜਿਹੜੀ ਗੁਰੂ ਦੀ ਸਹੀ ਵਿਚਾਰ ਹੈ ਉਹਦੇ ਉੱਤੇ ਚੱਲਦਾ ਹੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗੜ ਚੁਕਾਵੇ। ਫਿਰ ਪਰਮੇਸ਼ਰ ਉਹਦੇ ਝਗੜੇ ਮੁਕਾ ਦਿੰਦਾ, ਜਨਮ ਮਰਨ ਦੇ, ਆਉਣ ਜਾਣ ਦੇ, 84 ਦੇ ਚੱਕਰ ਦੇ। ਤੇ ਉਸ ਗੁਰਮੁਖ ਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜੀ। ਇੱਥੇ ਹੀ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ ਹੈ। ਹੁਣ ਆਪ ਜੀ ਨੂੰ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਢਾਡੀ ਜੱਥਾ ਪਾਵਨ ਗੁਰ ਇਤਿਹਾਸ ਦੀਆਂ 12 ਸਰਵਣ ਕਰਾਏਗਾ। 2 ਹਫ਼ਤੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਾਂਗੇ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਲੈਣੇ ਹਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।